ਕੁਝ ਦਿਨ ਪਹਿਲਾਂ ਖਬਰ ਕੀਤੀ ਸੀ ਕਿ 300 ਕਰੋੜ ਦਾ ਬਜਟ ਰੱਖਣ ਦੇ ਬਾਵਜੂਦ ਵੀ ਧਰਮ ਪ੍ਰਚਾਰ ਦੇ ਲਈ ਫਿਰ ਵੀ ਜਿਹੜਾ ਧਰਮ ਪਰਿਵਰਤਨ ਸਿੱਖਾਂ ਦਾ ਦੂਜੇ ਧਰਮਾਂ ਦੇ ਵਿੱਚ ਹੋ ਰਿਹਾ, ਉਹ ਖਬਰ ਵਧੀਆ ਸਾਡੀ ਜਿਹੜੀ ਆ ਚੱਲੀ। ਔਰ ਉਹਦੇ ਵਿੱਚ ਹੁਣ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਹੈਗਾ, ਕਹਿੰਦੇ ਕਿ ਇਹ ਸਾਰੀ ਸਾਜ਼ਿਸ਼ ਕੀਤੀ ਜਾ ਰਹੀ ਹੈ, ਇਹ ਬਦਨਾਮ ਕਰਨ ਦੀ ਸਾਜ਼ਿਸ਼ ਹੈ, ਇਹ ਰਾਜਨੀਤਿਕ ਤੋਂ ਪ੍ਰੇਰਿਤ ਹੈ। ਉਹ ਕਹਿੰਦੇ ਕਿ ਅਜਿਹੀ ਕੋਈ ਗੱਲਬਾਤ ਹੀ ਨਹੀਂ ਹੈ। ਇੱਕ ਤਾਂ ਕੀ ਲੱਗਦਾ ਹੈ ਕਿ ਹਰਜਿੰਦਰ ਸਿੰਘ ਧਾਮੀ ਜਿਸ ਤਰੀਕੇ ਨਾਲ ਕਹਿੰਦੇ ਆ ਕਿ ਬਾਕੀ ਉਹ ਜਿਹੀ ਗੱਲਬਾਤ ਹੈ ਨਹੀਂ, ਜਾਂ ਜ਼ਮੀਨੀ ਹਕੀਕਤ ਤੋਂ ਵਾਕਫ ਨਹੀਂ ਨੇ ਹਰਜਿੰਦਰ ਧਾਮੀ, ਜਾਂ ਜ਼ਮੀਨੀ ਹਕੀਕਤ ਤੋਂ ਵਾਕਫ ਹੋਣ ਦੇ ਬਾਵਜੂਦ ਵੀ ਜਾਣਬੁੱਝ ਕੇ ਇਹ ਬਿਆਨ ਦੇ ਰਹੇ ਨੇ। ਜਾਂ ਫਿਰ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਸ਼ਾਇਦ ਜਿਹੜੀ ਸਿੱਖੀ ਤੋਂ ਜ਼ਿਆਦਾ ਟੈਨਸ਼ਨ ਕਿਸੇ ਇੱਕ ਨਿੱਜੀ ਪਰਿਵਾਰ ਦੀ ਜਾਂ ਨਿੱਜੀ ਪਾਰਟੀ ਦੀ ਲੱਗ ਰਹੀ ਹੈ। ਸੁਖਵਿੰਦਰ ਜੀ, ਬੜੀ ਸੋਹਣੀ ਤੁਸੀਂ ਇਹ ਗੱਲ ਨੂੰ ਬਿਆਨ ਕੀਤਾ, ਤੇ ਮੈਂ ਇੱਕ ਗੱਲ ਤੁਸੀਂ ਛੱਡ ਗਏ ਜੀ, ਜਿਹੜੀ ਤੁਹਾਡਾ ਪਤਾ ਨਹੀਂ ਕੀ ਗੱਲ, ਤੁਹਾਡਾ ਧਿਆਨ ਕਿਉਂ ਉਹਦੇ ਤੋਂ ਉਖੜ ਗਿਆ। ਹਰਜਿੰਦਰ ਸਿੰਘ ਧਾਮੀ ਹੁਣੀ ਕਹਿ ਰਿਹਾ ਕਿ ਸਿੱਖੀ ਨੂੰ ਕੋਈ ਖਤਰਾ ਨਹੀਂ, ਰਾਜਨੀਤਿਕ ਇਹ ਬਿਆਨਬਾਜ਼ੀ ਹੈ, ਰਾਜਨੀਤਿਕ ਸਟੰਟ ਹੈ ਜਿਹੜਾ ਉਹਨਾਂ ਨੇ ਇਹ ਗੱਲ ਕੀਤੀ। ਤੇ ਅੱਜ ਤੋਂ ਧਾਮੀ ਸਾਹਿਬ ਦੇ ਬਿਆਨ ਤੋਂ ਕੁਝ ਦਿਨ ਪਹਿਲਾਂ, ਇਸ ਬਿਆਨ ਤੋਂ ਕੁਝ ਦਿਨ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਹੋਣਾ ਨੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆ ਇਸ ਗੱਲ ਤੇ ਜ਼ੋਰ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਸਿੱਖੀ ਨੂੰ ਖਤਰਾ ਤੇ ਸਿੱਖ ਜਿਹੜੇ ਨੇ ਈਸਾਈ ਬਣਦੇ ਜਾ ਰਹੇ ਆ, ਈਸਾਈਅਤ ਦਾ ਜ਼ੋਰ ਹੋ ਰਿਹਾ। ਇਹ ਜਥੇਦਾਰ ਹਰਪ੍ਰੀਤ ਸਿੰਘ ਹੋਣਾ ਦੀ ਰਿਕਾਰਡਡ ਸਟੇਟਮੈਂਟ ਆ, ਤੇ ਉਸ ਵਕਤ ਇਸ ਖਬਰ ਦੇ ਉੱਤੇ ਬਹੁਤ ਰੌਲਾ ਜਿਹੜਾ ਪਿਆ ਸੀ। ਤੇ ਜੇ ਹੁਣ ਜਥੇਦਾਰ ਧਾਮੀ ਹੋਣਾ ਦਾ ਇਹ ਬਿਆਨ ਆ ਗਿਆ ਤਾਂ ਇਸ ਦਾ ਮਤਲਬ ਜਾਂ ਤਾਂ ਫਿਰ ਜਥੇਦਾਰ ਅਕਾਲ ਤਖਤ ਝੂਠ ਬੋਲਦੇ ਨੇ ਤੇ ਜਾਂ ਧਾਮੀ ਸਾਹਿਬ ਝੂਠ ਬੋਲਦੇ, ਦੋਵਾਂ 'ਚ ਇੱਕ ਬੰਦਾ ਤਾਂ ਫਿਰ ਝੂਠ ਬੋਲਦਾ ਹੀ ਬੋਲਦਾ। ਤੇ ਮੇਰਾ ਨਹੀਂ ਖਿਆਲ ਕਿ ਇੱਕ ਉਸ ਮਹਾਨ ਜਿਹੜਾ ਅਕਾਲ ਤਖਤ ਆ, ਇੱਕ ਮਹਾਨ ਪਦਵੀ ਹੈ ਉਸ ਜਥੇਦਾਰ ਦੀ, ਤੇ ਉਸ ਪਦਵੀ ਤੇ ਬੈਠ ਕੇ ਜਥੇਦਾਰ ਸਾਹਿਬ ਝੂਠ ਬੋਲਦੇ ਹੋਣ। ਜਦ ਤੱਕ ਮੇਰੀ ਸਮਝ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਉਹ ਝੂਠ ਬੋਲਦੇ ਹੋਣ। ਤੇ ਧਾਮੀ ਸਾਹਿਬ ਦਾ ਵੀ ਜਿਹੜੀ ਪੋਜੀਸ਼ਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਤੌਰ ਪ੍ਰਧਾਨ ਦੀ ਹੈ, ਤੇ ਜੇਕਰ ਇਹਨਾਂ ਨੇ ਇਹ ਗੱਲ ਕਹੀ ਆ ਤਾਂ ਫਿਰ ਇਹਨਾਂ ਦੇ ਬੋਲ ਸੱਚੇ ਲੱਗਦੇ, ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਝੂਠ ਬੋਲਦੇ ਆ। ਕੁਝ ਨਾ ਕੁਝ ਤਾਂ ਫਿਰ ਇਹਦੇ 'ਚ ਇੱਕ ਤਾਂ ਪਹਿਲਾਂ ਇਹ ਕਲੀਅਰ ਕਰ ਲੈਣਾ ਚਾਹੀਦਾ ਕਿ ਇਹਨਾਂ ਦੇ ਵਿੱਚੋਂ ਕਿਹੜੇ ਬਿਆਨ ਦੇ ਉੱਤੇ ਅਸੀਂ ਸੱਚ ਮੰਨਣਾ, ਜਥੇਦਾਰ ਸਾਹਿਬ ਨੂੰ ਠੀਕ ਮੰਨਣਾ ਆ, ਤੇ ਜਾਂ ਅਸੀਂ ਪ੍ਰਧਾਨ ਸਾਹਿਬ ਨੂੰ ਸੱਚ ਮੰਨੀਏ, ਕਿਹਨਾਂ ਦਾ ਬਿਆਨ ਸਹੀ ਹੈ। ਇਹ ਤਾਂ ਸੁਖਵਿੰਦਰ ਜੀ ਹੋ ਗਏ ਜਥੇਦਾਰ ਸਾਹਿਬ ਦਾ ਬਿਆਨ। ਬਾਕੀ ਜਿਹੜੀ ਗੱਲ ਹੁਣ ਮੈਂ ਤੁਹਾਡੇ ਨਾਲ ਗੱਲ ਕਰਾਂ ਕਿ ਧਾਮੀ ਸਾਹਿਬ ਦਾ ਇਹ ਬਿਆਨ ਜਿਹੜਾ ਆਇਆ ਕਿ ਵੇਖੋ ਜੀ ਇਹੋ ਜਿਹਾ ਕੋਈ ਖਤਰਾ ਨਹੀਂ, ਸਿੱਖੀ ਦਾ ਪ੍ਰਚਾਰ ਬਹੁਤ ਵੱਡੇ ਪੱਧਰ ਤੇ ਹੋ ਰਿਹਾ, ਜਿਹੜੇ ਸਰਹੱਦੀ ਖੇਤਰ ਨੇ ਉਹਨਾਂ ਵਿੱਚ ਗੁਰਦੁਆਰਿਆਂ ਦੀ ਸੇਵਾ ਸੰਭਾਲ, ਜਿਸ ਤਰੀਕੇ ਦਾ ਉਹਨਾਂ ਦਾ ਬਿਆਨ ਮੈਂ ਪੜ੍ਹਿਆ ਮੈਨੂੰ ਬੜੀ ਹੈਰਾਨਗੀ ਹੋਈ। ਤੇ ਮੈਂ ਉਸੇ ਵਕਤ ਮੇਰੇ ਸਟ੍ਰਾਈਕ ਜਿਹੜੀ ਕੀਤੀ ਜਥੇਦਾਰ ਹਰਪ੍ਰੀਤ ਸਿੰਘ ਉਹਨਾਂ ਦੇ, ਉਹ ਬਿਆਨ ਵੀ ਨਾਲ ਆ ਗਿਆ। ਸੁਖਵਿੰਦਰ ਜੀ, ਇਸ ਵੇਲੇ ਜਿਹੜੀ ਅਕਾਲੀ ਦਲ ਦੀ ਸਥਿਤੀ ਆ ਬਹੁਤ ਇਸ ਵੇਲੇ ਅਸੀਂ ਕਹਿ ਸਕਦੇ ਮਾੜੀ ਆ। ਤੇ ਦੂਸਰੇ ਬੰਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੇ ਜਿਸ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਇੱਕ ਤਰੀਕੇ ਨਾਲ ਐਲਾਨ ਜਿਹੜਾ ਕਰ ਦਿੱਤਾ ਤੇ ਤਿਆਰੀਆਂ ਕਰਦੀਆਂ ਸ਼ੁਰੂ ਕਰ ਦਿੱਤੀਆਂ, ਤੇ ਇਹ ਸਮਝਿਆ ਜਾ ਰਿਹਾ ਕਿ ਇਹ ਚੋਣਾਂ ਦਸੰਬਰ ਜਾਂ ਜਨਵਰੀ 'ਚ ਹੋ ਸਕਦੀਆਂ। ਉਹਨਾਂ ਨੂੰ ਲੈ ਕੇ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਬਾਦਲ ਪਰਿਵਾਰ ਨੂੰ ਸਭ ਤੋਂ ਜ਼ਿਆਦਾ ਜਿਹੜੀ ਚਿੰਤਾ ਨਾ ਉਹ ਸਤਾ ਰਹੀ ਹੈ ਕਿ ਜਿਸ ਤਰੀਕੇ ਦੇ ਸਮੀਕਰਨ ਬਦਲਦੇ ਪਏ ਆ ਸਿੱਖੀ ਦੇ ਜਾਂ ਪੰਥਕ ਮੁੱਦਿਆਂ ਦੇ ਵਿੱਚ, ਸਿੱਖ ਹਲਕਿਆਂ ਦੇ ਵਿੱਚ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਹਾਸ਼ੀਏ ਤੋਂ ਬਾਹਰ ਪੈਂਦਾ ਜਾ ਰਿਹਾ ਜਾਂ ਬਾਹਰ ਹੁੰਦਾ ਜਾ ਰਿਹਾ, ਕੱਲ੍ਹ ਨੂੰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਦੋਂ ਚੋਣਾਂ ਹੋਣਗੀਆਂ ਤਾਂ ਪੰਜਾਬ ਦੇ ਸਿੱਖਾਂ ਦਾ ਰੁੱਖ ਕਿਹੋ ਜਿਹਾ ਹੋਏਗਾ? ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਛੱਡਣੀ ਪਏਗੀ? ਜਿਹੜਾ ਵੱਡਾ ਡਰ ਆ ਇਸ ਵੇਲੇ ਬਾਦਲ ਪਰਿਵਾਰ ਨੂੰ ਇਹ ਸਤਾ ਰਿਹਾ, ਤਾਂ ਉਹਨਾਂ ਨੂੰ ਪਤਾ ਵੀ ਹੈ ਕਿ ਪੰਜਾਬ ਦੇ ਲੋਕ ਇਸ ਵੇਲੇ ਕਿਸ ਹੱਦ ਤੱਕ ਉਹਨਾਂ ਨਾਲ ਨਾਰਾਜ਼ ਨੇ। ਸੋ ਇਹ ਸਾਰੀ ਸਥਿਤੀ ਦੇ ਵਿੱਚ ਹਰਚਰਨ ਸਿੰਘ ਧਾਮੀ ਦਾ ਇਹ ਬਿਆਨ ਉਹਨਾਂ ਨੇ ਦਿੱਤਾ ਨਹੀਂ ਹੈ, ਇਹ ਬਿਆਨ ਉਹਨਾਂ ਨੂੰ ਦਬਾਇਆ ਗਿਆ, ਉਸੇ ਤਰੀਕੇ ਨਾਲ ਦਬਾਇਆ ਗਿਆ ਜਿਸ ਤਰੀਕੇ ਦੇ ਨਾਲ, ਧਿਆਨ ਨਾਲ ਇਸ ਗੱਲ ਨੂੰ ਸੁਣਨਾ, ਜਿਸ ਤਰੀਕੇ ਦੇ ਨਾਲ ਇੱਕ ਵਾਰ ਜਥੇਦਾਰ ਗੁਰਬਚਨ ਸਿੰਘ ਦੇ ਰਾਹੀਂ ਮਾਫੀ ਦਵਾ ਦਿੱਤੀ ਜਾਂਦੀ ਹੈ ਰਾਮ ਰਹੀਮ ਨੂੰ, ਤੇ ਬਾਅਦ ਦੇ ਵਿੱਚ ਲੋਕਾਂ ਦਾ ਜਦੋਂ ਦਬਾਅ ਪੈਂਦਾ ਤਾਂ ਉਸੇ ਜਥੇਦਾਰ ਨੂੰ ਸੱਦ ਕੇ ਤੇ ਉਹ ਮਾਫੀ ਵਾਪਸ ਕਰਵਾਈ ਜਾਂਦੀ ਹੈ। ਹੁਣ ਸਥਿਤੀ ਬਿਲਕੁਲ ਸੇਮ ਮੈਨੂੰ ਇਸੇ ਤਰ੍ਹਾਂ ਲਿਖੇ ਦੀ ਲੱਗਦੀ ਹੈ ਕਿ ਪਹਿਲਾਂ ਤਾਂ ਜਥੇਦਾਰ ਹਰਪ੍ਰੀਤ ਸਿੰਘ ਹੋਣਾ ਕੋ ਇਹ ਬਿਆਨ ਦਵਾ ਦਿੱਤਾ ਜਾਂਦਾ ਕਿ ਤੁਸੀਂ ਇਹ ਬਿਆਨ ਦੇਣਾ, ਕਿਉਂਕਿ ਜਥੇਦਾਰ ਹਰਪ੍ਰੀਤ ਸਿੰਘ ਹੋਣੀ ਆਪਣੇ ਪੱਧਰ ਤੇ ਅੱਜ ਤੱਕ ਨਾ ਤਾਂ ਉਹਨਾਂ ਨੇ ਬਿਆਨ ਦਿੱਤਾ ਤਾਂ ਨਾ ਹੀ ਉਹ ਦੇਣ ਦੇ ਸਮਰੱਥ ਹੈਗੇ ਜੋ ਉਹਨਾਂ ਦੀ ਪੋਜੀਸ਼ਨ ਹੈਗੀ ਹੈ। ਪਹਿਲਾਂ ਤਾਂ ਉਹ ਬਿਆਨ ਦਵਾਤਾ ਕਿ ਈਸਾਈਅਤ ਦਾ ਪ੍ਰਚਾਰ ਹੋ ਰਿਹਾ, ਈਸਾਈਅਤ ਤੋਂ ਪੰਜਾਬ 'ਚ ਸਿੱਖੀ ਨੂੰ ਖਤਰਾ, ਤੇ ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਹੋਣੀ ਗਲਤੀ ਦਰ ਗਲਤੀ ਕਰਦੇ ਰਹੇ ਆ, ਜਦੋਂ ਵੇਖਿਆ ਕਿ ਇਸ ਬਿਆਨ ਦਾ ਪ੍ਰਤੀਕਰਮ ਕੋਈ ਖਾਸ ਹੋਇਆ ਨਹੀਂ,
ਤੇ ਅਖਬਾਰਾਂ 'ਚ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਧਰਮ ਪ੍ਰਚਾਰ ਕਮੇਟੀ ਦੇ ਜਿਹੜਾ 70 ਕਰੋੜ ਦਾ ਜਿਹੜਾ ਬਜਟ ਆ ਤੇ 300 ਕਰੋੜ ਦਾ ਟੋਟਲ ਬਜਟ ਆ ਸਾਰੇ ਨੂੰ ਲੋਕਾਂ ਨੇ ਨੰਗਿਆ ਕਰਨਾ ਸ਼ੁਰੂ ਕਰ ਦਿੱਤਾ। ਤਾਂ ਸੁਖਬੀਰ ਸਿੰਘ ਬਾਦਲ ਹੋਣਾ ਨੇ ਕਿਹਾ ਕਿ ਇਹ ਸਟੇਟਮੈਂਟ ਜਿਹੜੀ ਆ ਫਿਰ ਉਹਨਾਂ ਨੂੰ ਦਵਾਤੀ। ਪਰ ਇਹ ਉਸੇ ਤਰੀਕੇ ਦੀ ਗਲਤੀ ਆ ਕਿ ਪਹਿਲਾਂ ਕੁਝ ਕਰਵਾਤਾ ਫਿਰ ਕੁਝ ਕਰਵਾਤਾ। ਇਹਦੇ ਨਾਲ ਸੁਖਵਿੰਦਰ ਜੀ ਬੜੀ ਵੱਡਾ ਪ੍ਰਸ਼ਨ ਜਿਹੜਾ ਇਹ ਪੈਦਾ ਹੁੰਦਾ ਕਿ ਜਥੇਦਾਰ ਅਕਾਲ ਤਖਤ ਜਿਹੜੇ ਨੇ ਹਰਪ੍ਰੀਤ ਸਿੰਘ ਕੀ ਉਹ ਝੂਠ ਬੋਲੇ, ਜਥੇਦਾਰ ਧਾਮੀ ਸਾਹਿਬ ਸੱਚ ਬੋਲਦੇ ਨੇ। ਪ੍ਰਸ਼ਨ ਇਹ ਹੈ ਕਿ ਇਹਨਾਂ 'ਚ ਸੱਚਾ ਕਿਹੜਾ ਤੇ ਝੂਠਾ ਕਿਹੜਾ, ਕਿਉਂਕਿ ਜਿਸ ਪਦਵੀ ਤੇ ਉਹ ਬੈਠੇ ਨੇ ਪੂਰੇ ਮਾਮਲੇ ਨੂੰ ਲੈ ਕੇ। ਜੀ ਮੈਂ ਸੁਣਿਆ ਨਹੀਂ ਜੀ। ਆਪਸ 'ਚ ਹੀ ਉਲਝ ਗਏ ਪੂਰੇ ਮਾਮਲੇ ਨੂੰ ਲੈ ਕੇ, ਆਪਣੇ ਬਿਆਨ ਦੇ ਵਿੱਚ ਆਪਣੇ ਹੀ ਜਾਲਾਂ ਦੇ ਵਿੱਚ ਫਸ ਗਏ। ਬਿਲਕੁਲ ਬਿਲਕੁਲ, ਇਹ ਉਸੇ ਤਰੀਕੇ ਨਾਲ ਉਲਝ ਗਏ ਨਾ। ਮੈਂ ਜਿਸ ਤਰੀਕੇ ਦੀ ਸਥਿਤੀ 2012 ਦੀ ਬਿਆਨ ਕੀਤੀ ਹੈ, ਪਹਿਲਾਂ ਮਾਫੀ ਦਵਾਤੀ ਫਿਰ ਮਾਫੀ ਵਾਪਸ ਲੈ ਲਈ। ਇਹ ਜੋ ਆ ਬਿਆਨ ਜਿਹੜਾ ਸਾਹਮਣੇ ਆਇਆ ਹਰਚਰਨ ਸਿੰਘ ਧਾਮੀ ਹੋਣਾ ਦਾ, ਇਹ ਬਿਆਨ ਸਾਫ਼ ਦੱਸਦਾ ਆ ਕਿ ਇਹ ਬਿਆਨ ਉਹਨਾਂ ਨੇ ਦਿੱਤਾ ਨਹੀਂ ਆ, ਇਹ ਬਿਆਨ ਉਹਨਾਂ ਕੋਲ ਦਬਾਇਆ ਗਿਆ। ਹੁਣ ਬਿਆਨ ਦਬਾਇਆ ਗਿਆ ਜਾਂ ਦਿੱਤਾ ਗਿਆ ਇਹ ਵੀ ਅਲੱਗ ਵਿਸ਼ਾ। ਪਰ ਸੁਖਵਿੰਦਰ ਜੀ ਇਹਦੇ ਨਾਲ ਇਹ ਗੱਲ ਸਾਫ਼ ਹੋ ਗਈ ਕਿ ਪੰਜਾਬ ਦੇ ਵਿੱਚ ਸਿੱਖੀ ਜਾਂ ਸਿੱਖ ਧਰਮ ਨੂੰ ਖਤਰਾ ਜ਼ਰੂਰ ਆ। ਪ੍ਰਚਾਰ ਜਿਹੜਾ ਤੇ ਨੰਬਰ 2 ਜਿਹੜਾ 300 ਕਰੋੜ ਦਾ ਜਿਹੜਾ ਅਸਲ 'ਚ ਇਹ ਬਿਆਨ ਦੇਣ ਦੀ ਲੋੜ ਨਹੀਂ ਸੀ ਸੁਖਵਿੰਦਰ ਜੀ, ਇਹ ਬਿਆਨ ਚੁੱਪ-ਚਾਪ ਚੱਲਦਾ ਰਹਿਣਾ ਸੀ। ਜਦੋਂ ਇਹ ਬਿਆਨ ਤਾਂ ਦਵਾਇਆ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਉਸ ਬਜਟ ਦੀ ਗੱਲ ਕੀਤੀ ਗਈ 300 ਕਰੋੜ ਰੁਪਇਆ ਜਿਹੜਾ ਰੱਖਿਆ ਗਿਆ ਤੇ 70 ਕਰੋੜ ਕੇਵਲ ਧਰਮ ਪ੍ਰਚਾਰ ਕਮੇਟੀ ਵਾਸਤੇ ਹੀ ਖਰਚਿਆ ਜਾਂਦਾ। ਤੇ ਜੇਕਰ 70 ਕਰੋੜ ਰੁਪਇਆ ਖਰਚਿਆ ਜਾਂਦਾ ਤੇ ਫਿਰ ਉਹਦੇ ਬਾਵਜੂਦ ਇੰਨਾ ਕੁਝ ਸਿੱਖੀ ਫਿਰ ਖੰਡਤ ਮਾਫ ਕਰਦਾ ਸਿੱਖੀ ਦੇ ਵਿੱਚ ਸੇਂਧ ਲੱਗ ਰਹੀ ਆ। ਸਿੱਖ ਜਿਹੜੇ ਨੇ ਵੱਖ-ਵੱਖ ਧਰਮਾਂ 'ਚ ਜਾ ਰਹੇ ਨੇ, ਉਹ 70 ਕਰੋੜ ਕਿੱਥੇ ਜਾਂਦਾ? ਉਸ 70 ਕਰੋੜ ਨੂੰ ਜਸਟੀਫਾਈ ਕਰਨ ਵਾਸਤੇ ਹੀ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇਹ ਬਿਆਨ ਜਿਹੜਾ ਨਾ ਇਹ ਦਵਾਇਆ ਗਿਆ ਆ ਕਿ ਤੁਸੀਂ ਇਹ ਬਿਆਨ ਦਿਓ। ਘੱਟੋ ਘੱਟ ਉਹ ਜਿਹੜੇ ਪੈਸੇ ਨੇ ਉਹਨਾਂ ਦੀ ਗੱਲਬਾਤ ਨਾ ਹੋਵੇ। ਬਾਕੀ ਕੋਈ ਗੱਲ ਨਹੀਂ, ਜਥੇਦਾਰ ਸਾਹਿਬ ਨੂੰ ਫਿਰ ਬਣਾ ਲਿਆ ਜਾਵੇਗਾ। ਇਹਦੇ ਪਿੱਛੇ ਵੀ ਸ਼੍ਰੋਮਣੀ ਅਕਾਲੀ ਦਲ ਜੋ ਜ਼ਮੀਨੀ ਹਕੀਕਤ ਹੈ, ਮੈਨੂੰ ਲੱਗਦਾ ਹੈ ਕਿ ਜਿਸ ਤਰੀਕੇ ਦਾ ਬਿਆਨ ਪ੍ਰਧਾਨ ਸਾਹਿਬ ਦਾ ਆਇਆ, ਮੈਨੂੰ ਲੱਗਦਾ ਕਿ ਉਹ ਜ਼ਮੀਨੀ ਹਕੀਕਤ ਤੋਂ ਵਾਕਿਫ ਨਹੀਂ, ਜਾਂ ਫਿਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹ 70 ਕਰੋੜ ਨੂੰ ਉਸ ਪੈਸੇ ਨੂੰ ਜਸਟੀਫਾਈ ਕਰਨ ਦੇ ਲਈ ਉਹਨਾਂ ਨੇ ਇਹ ਬਿਆਨ ਦਿੱਤਾ। ਪਰ ਗੱਲ ਇਹ ਹੈ ਨਾ ਅੰਕਲ ਸਾਹਿਬ, ਇਹ ਤਾਂ ਸਾਫ਼ ਹੈ ਕਿ ਇਹ ਪੂਰੇ ਤਰੀਕੇ ਦੇ ਨਾਲ ਫੇਲ ਸਾਬਤ ਹੋਏ ਆ। ਆਪਾਂ ਇਹ ਨਹੀਂ ਕਹਿ ਸਕਦੇ ਕਿ ਜਿਹੜੀ ਸਿੱਖੀ ਖਤਮ ਹੋ ਰਹੀ ਹੈ, ਸਿੱਖੀ ਨਹੀਂ ਖਤਮ ਹੋ ਰਹੀ, ਸਿੱਖੀ ਨੂੰ ਬਚਾਉਣ ਵਾਲੇ ਲੋਕ ਜਿਹੜੇ ਖਤਮ ਹੋ ਰਹੇ ਆ। ਅਣਖੀ ਸਾਹਿਬ ਮੈਂ ਇਹ ਕਹਿਣਾ ਚਾਹੂੰਗਾ ਕਿਉਂਕਿ ਇਹਨਾਂ ਦੀ ਜਿਹੜੀ ਨੀਅਤ ਹੈ ਅਣਖੀ ਸਾਹਿਬ, ਦੇਖੋ ਆਪਾਂ ਕਿਸੇ ਦੂਜੇ ਧਰਮ ਨੂੰ ਦੋਸ਼ ਨਹੀਂ ਦੇ ਸਕਦੇ। ਦੂਜੇ ਧਰਮ ਦੇ ਵਿੱਚ ਜੇ ਆਪਣੇ ਬੰਦੇ ਜਾ ਰਹੇ ਆ ਤਾਂ ਆਪਾਂ ਉਹਨਾਂ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ। ਉਹ ਆਪਣੇ ਧਰਮ ਦਾ ਵਧੀਆ ਤਰੀਕੇ ਨਾਲ ਪ੍ਰਚਾਰ ਕਰ ਰਹੇ ਨੇ ਔਰ ਅਸੀਂ ਵੀ ਚਾਹਾਂਗੇ ਕਿ ਸਾਡੇ ਧਰਮ ਦੇ ਵਿੱਚ ਵੀ ਲੋਕ ਜਿਹੜੇ ਆਉਣ। ਜੇ ਅਸੀਂ ਚੰਗਾ ਪ੍ਰਚਾਰ ਕਰਾਂਗੇ ਤਾਂ ਉਹ ਵੀ ਆਪਣੇ ਧਰਮ ਦੇ ਵਿੱਚ ਲੋਕਾਂ ਨੂੰ ਲਿਜਾ ਰਹੇ ਨੇ, ਉਹ ਆਪਣਾ ਕੰਮ ਜਿਹੜਾ ਉਹ ਕਰ ਰਹੇ ਨੇ। ਆਪਾਂ ਉਹਨੂੰ ਦੋਸ਼ੀ ਨਹੀਂ ਮੰਨ ਸਕਦੇ। ਦੋਸ਼ੀ ਤਾਂ ਅਸੀਂ ਉਹ ਲੋਕਾਂ ਨੂੰ ਮੰਨ ਰਹੇ ਹਾਂ ਜਿਹੜੇ ਲੋਕਾਂ ਦੇ ਸਿਰ ਤੇ ਉੱਪਰ ਜ਼ਿੰਮੇਵਾਰੀ ਹੈ, ਜਿਹੜੇ ਲੋਕ ਖਰਬਾਂ ਰੁਪਇਆ ਲੈ ਕੇ ਬੈਠੇ ਨੇ ਕਿ ਅਸੀਂ ਸਿੱਖੀ ਦੇ ਠੇਕੇਦਾਰ ਹਾਂ। ਫਿਰ ਵੀ ਜਿਹੜੇ ਇਸ ਤਰੀਕੇ ਨਾਲ ਲੋਕ ਧਰਮ ਛੱਡ ਕੇ ਜਾ ਰਹੇ ਨੇ। ਮੈਨੂੰ ਚੇਤਾ ਆ ਰਿਹਾ ਸਿੱਧੂ ਮੂਸੇਵਾਲੇ ਦੀਆਂ ਉਹ ਲਾਈਨਾਂ ਜਿਹੜੀਆਂ ਥੋੜੀਆਂ ਜਿਹੀਆਂ ਮੈਂ ਪ੍ਰੋਪਰ ਚੇਤੇ ਨਹੀਂ, ਪਰ ਮੈਂ ਉਹਦੀ ਮਨਸ਼ਾ ਦੱਸ ਦੇਣਾ। ਉਹਨੇ ਕਿਹਾ ਸੀਗਾ ਕਿ ਠੇਕੇਦਾਰ ਤਾਂ ਤੁਸੀਂ ਬਣ ਜਾਂਦੇ ਹੋ, ਧਰਮ ਦੇ ਠੇਕੇਦਾਰ ਤਾਂ ਤੁਸੀਂ ਬਣੇ ਹੋਏ ਹੋ, ਪਰ ਇਹੋ ਜਿਹੀ ਠੇਕੇਦਾਰੀ ਤੁਸੀਂ ਕਰ ਰਹੇ ਹੋ, ਤੁਹਾਡੇ ਤੋਂ ਹੀ ਦੁਖੀ ਉਹ ਲੋਕਾਂ ਨੇ ਧਰਮ ਛੱਡ ਕੇ ਦੂਜੇ ਵਾਲੇ ਪਾਸੇ ਨੂੰ ਜਾ ਰਹੇ ਨਾ। ਉਹੀ ਗੱਲਾਂ ਜਿਹੜੀਆਂ ਹੁਣ ਸਾਬਤ ਹੁੰਦੀਆਂ ਦਿਖਾਈ ਦੇ ਰਹੀਆਂ। ਤਾਂ ਬਿਲਕੁਲ ਸੁਖਵਿੰਦਰ ਜੀ, ਇਹ ਤਾਂ ਸਾਫ਼ ਚਿੱਟੀ ਸਾਫ਼ ਗੱਲ ਆ ਕਿ ਹਰਚਰਨ ਸਿੰਘ ਧਾਮੀ ਹੁਣੀ ਜ਼ਮੀਨੀ ਹਕੀਕਤ ਤੋਂ ਜਾਣੂ ਨਹੀਂ ਆ। ਜੇ ਵਾਕਿਆ ਹੀ ਆ ਬੜੀ ਸੋਹਣੀ ਤੁਸੀਂ ਗੱਲ ਕੀਤੀ ਕਿ ਜੇਕਰ ਇੱਕ ਧਰਮ ਵਾਲਾ ਆਪਣੇ ਧਰਮ ਦੀਆਂ ਚੰਗੀਆਂ ਗੱਲਾਂ ਕਰਦਾ ਰਹੇ ਤਾਂ ਸਾਡੇ ਧਰਮ ਵਾਲਿਆਂ ਨੂੰ ਚਾਹੀਦਾ, ਦੂਜੇ ਧਰਮ ਨੂੰ ਚਾਹੀਦਾ ਕਿ ਤੁਸੀਂ ਆਪਣੇ ਧਰਮ 'ਚ ਅਜਿਹੀਆਂ ਚੀਜ਼ਾਂ ਪੈਦਾ ਕਰੋ ਕਿ ਲੋਕੀ ਦੂਜੇ ਧਰਮ ਤੋਂ ਪ੍ਰਭਾਵਿਤ ਹੋ ਕੇ ਉਧਰ ਨਾ ਜਾਣ। ਬਿਲਕੁਲ ਸਾਫ਼ ਤੇ ਸਪਸ਼ਟ ਗੱਲ ਆ ਕਿ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰਨ ਤੌਰ ਤੇ ਫੇਲ ਹੋਈ ਆ। ਅਸੀਂ ਕਿਸੇ ਤੇ ਇਲਜ਼ਾਮ ਨਹੀਂ ਲਾ ਸਕਦੇ। ਬਹੁਤ ਸੋਹਣੀ ਤੁਸੀਂ ਗੱਲ ਕੀਤੀ ਆ। ਜੇ ਲੋਕ ਅੱਜ ਕੱਲ੍ਹ ਡੇਰਿਆਂ ਵੱਲ ਜਾਂਦੇ ਆ ਤਾਂ ਸੁਖਵਿੰਦਰ ਜੀ ਡੇਰਿਆਂ ਵੱਲ ਜਾਣ ਦਾ ਸਿਰਫ ਤੇ ਸਿਰਫ ਲੋਕਾਂ ਦਾ ਇਹ ਮੰਤਵ ਹੁੰਦਾ ਕਿ ਲੋਕਾਂ ਨੂੰ ਉੱਥੇ ਇਹੋ ਜਿਹੀਆਂ ਸਹੂਲਤਾਂ ਜਾਂ ਇਹੋ ਜਿਹਾ ਉੱਥੇ ਵਾਤਾਵਰਨ ਦਿੱਤਾ ਜਾਂਦਾ ਜਿੱਥੇ ਉਹ ਆਦਮੀ ਆਪਣੇ ਆਪ ਨੂੰ ਸੁਰੱਖਿਅਤ ਹਰ ਪੱਖ ਤੋਂ ਮਹਿਸੂਸ ਕਰਦਾ, ਕੋਈ ਵੀ ਡੇਰਾ ਹੋਵੇ। ਤਾਂ ਜੇਕਰ ਚਾਹੇ ਉਹ ਡੇਰਾ ਆ ਚਾਹੇ ਉਹ ਦੂਜਾ ਧਰਮ ਆ, ਜਿੱਥੇ ਇੱਕ ਵਿਅਕਤੀ ਆਪਣੇ ਧਰਮ ਨੂੰ ਛੱਡ ਕੇ ਉੱਥੇ ਜਾਂਦਾ ਤਾਂ ਕੁਦਰਤੀ ਤੌਰ ਤੇ ਫਿਰ ਉਸ ਧਰਮ ਦੇ ਜਿਹੜੇ ਠੇਕੇਦਾਰ ਬਣੇ ਨੇ, ਜਿਹੜੇ ਕਹਿੰਦੇ ਨੇ ਕਿ ਅਸੀਂ ਇਸ ਨੂੰ ਬਚਾਉਣਾ ਆ, ਕੋਈ ਵੀ ਧਰਮ ਹੋਵੇ, ਫਿਰ ਜ਼ਿੰਮੇਵਾਰੀ ਉਹਨਾਂ ਦੀ ਨਿਹਾਇਤ ਹੁੰਦੀ ਆ। ਤੇ ਉਹ ਜੇਕਰ ਜ਼ਿੰਮੇਵਾਰੀ ਉਹਨਾਂ ਠੀਕ ਤਰੀਕੇ ਨਾਲ ਨਹੀਂ ਨਿਭਾਈ ਤਾਂ ਕੁਦਰਤੀ ਤੌਰ ਤੇ ਫਿਰ ਉਹਨਾਂ ਤੇ ਸਵਾਲ ਕਰਦੇ ਜਿਹੜੇ ਬਣਦੇ ਨੇ ਤਾਂ ਹੁਣੇ ਵੀ ਚਾਹੀਦੇ ਨੇ। ਤਾਂ ਇਸ ਸੰਬੰਧ ਦੇ ਵਿੱਚ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਉਸ ਜ਼ਿੰਮੇਵਾਰੀ ਨੂੰ ਨਿਭਾਉਣ ਦੇ ਵਿੱਚ ਅਸਫਲ ਰਹੀ ਆ ਤਾਂ ਇਸ ਦਾ ਪੂਰਨ ਤੌਰ ਤੇ ਜ਼ਿੰਮੇਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ, ਜਿਹਦਾ
ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਅੱਗੇ ਵੀ ਪੰਥਕ ਧਿਰਾਂ ਨੂੰ ਜਾਂ ਪੰਥਕ ਜਿਹੜੇ ਮੁੱਦੇ ਨੇ ਬਹੁਤ ਢਾਹ ਜਿਹੜੀ ਲਾਈ ਹੈ, ਤੇ ਜਿਸ ਤਰੀਕੇ ਦਾ ਆ ਜਿਹੜਾ ਬਿਆਨ ਜਿਹੜਾ ਸਾਹਮਣੇ ਆਇਆ ਧਾਮੀ ਸਾਹਿਬ ਦਾ, ਕੁਦਰਤੀ ਤੌਰ ਤੇ ਇਹਦੇ ਨਾਲ ਵੀ ਜਿਹੜੇ ਚਿੰਤਕ ਨੇ, ਸਿੱਖ ਚਿੰਤਕ ਨੇ, ਜਾਂ ਜਿਹੜੇ ਲੋਕ ਆਪਣੇ ਧਰਮ ਦੇ ਪ੍ਰਤੀ ਚਿੰਤਾ ਕਰਨ ਵਾਲੇ ਲੋਕ ਨੇ, ਉਹ ਜ਼ਰੂਰ ਗੰਭੀਰ ਹੋ ਕੇ ਇਹਦੇ ਪ੍ਰਤੀ ਪ੍ਰਸ਼ਨ ਜਿਹੜੇ ਨੇ ਉਠਾਉਣਗੇ ਔਰ ਉਠਾਉਣੇ ਵੀ ਚਾਹੀਦੇ ਨੇ ਜੀ। ਬਿਲਕੁਲ ਕਾਂਟ ਸਾਹਿਬ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਆਏ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ, ਧੰਨਵਾਦ।